अस्सलाम वालेकुम व्यूअर्स। सिख लड़कियां का काफ़ी ज़्यादा मामला उठा हुआ है। अज का रिएक्ट थोड़ा जिहा मेरा मुख्तलिफ हो सकता मुसलमानों नूं मेरे जिहड़े बोल है कुछ अच्छे ना लगन। पहले वीडियो देख रहे तो उस तो बाद आप राइट करने व्हाट्सअप आउंदा, इंस्टाग्राम आउंदा, फेसबुक आउंदा। फेसबुक जो मेरे पेज में लाइक करो, व्हाट्सअप तो मैं मजीद इदां दी वीडियो सेंड करो। सो आओ वीडियो स्टार्ट करिए जी। वाहिगुरू जी का खालसा, वाहिगुरू जी की फतेह। जिस मुद्दे ਨੂੰ ਲੈ ਕੇ मैं ਤੁਹਾਡੇ ਨਾਲ ਕੁਝ ਵਿਚਾਰ ਸਾਂਝੇ ਕਰਨ ਲੱਗਾ ਹਾਂ, ਉਹ ਮੁੱਦਾ ਬਹੁਤ ਹੀ ਸੰਜੀਦਾ ਹੈ। ਉਸ ਮੁੱਦੇ ਦੇ ਉੱਪਰ ਕੇਵਲ ਇੱਕ ਨਜ਼ਰੀਏ ਦੇ ਉੱਪਰ ਵਿਚਾਰ ਕਰਕੇ ਕਿਸੇ ਵੀ ਨਤੀਜੇ ਉੱਪਰ ਨਹੀਂ ਪਹੁੰਚਿਆ ਜਾ ਸਕਦਾ। ਔਰ ਉਹ ਮੁੱਦਾ ਅਖਬਾਰਾਂ ਦੇ ਰਾਹੀਂ ਜਾਂ ਸਮਾਜਿਕ ਮਾਧਿਅਮ ਦੇ ਰਾਹੀਂ ਤਕਰੀਬਨ ਸਾਰੇ ਹੀ ਮੀਡੀਆ ਦੇ ਵਿੱਚ ਇੱਕ ਦਿਨ ਤੋਂ ਪੂਰੀ ਤਰ੍ਹਾਂ ਦੇ ਨਾਲ ਚਰਚਾ ਦੇ ਵਿੱਚ ਹੈ, ਸਰਗਰਮੀ ਦੇ ਵਿੱਚ ਹੈ। ਉਹ ਮੁੱਦਾ ਹੈ ਕਿ ਕਸ਼ਮੀਰ ਦੇ ਵਿੱਚ 2 ਸਿੱਖ ਬੱਚੀਆਂ ਨੂੰ ਡਰਾ ਧਮਕਾ ਕੇ ਦੀਨੇ ਇਸਲਾਮ ਕਬੂਲ ਕਰਾਉਣ ਤੋਂ ਬਾਅਦ ਉਹਨਾਂ ਦੇ ਨਾਲ ਨਿਕਾਹ ਜਿਹੜਾ ਉਹ ਕੀਤਾ ਗਿਆ। ਜੇ ਮੈਂ ਅਸਲੀਅਤ ਦੀ ਗੱਲ ਕਰਾਂ ਤਾਂ ਜੋ ਮੀਡੀਆ ਦੇ ਵਿੱਚ ਸਾਡੇ ਸਾਹਮਣੇ ਪਰੋਸਿਆ ਜਾ ਰਿਹਾ ਹੈ ਜਾਂ ਸਾਨੂੰ ਦਿਖਾਇਆ ਜਾ ਰਿਹਾ ਹੈ, ਸੁਣਾਇਆ ਜਾ ਰਿਹਾ ਹੈ, ਉਹ ਸੱਚਾਈ ਤੋਂ ਕਾਫੀ ਹੱਦ ਤੱਕ ਦੂਰ ਹੈ। ਦੂਸਰੀ ਗੱਲ ਅਹਿਮ ਇਹ ਹੈ ਕਿ ਇਸ ਮੁੱਦੇ ਦੇ ਉੱਪਰ ਕਿਸੇ ਵੀ ਤਰ੍ਹਾਂ ਦੀ ਚਰਚਾ ਕਰਕੇ ਜੇਕਰ ਇਸ ਕਿਸੇ ਇੱਕ ਨਿੱਘਰ ਨਤੀਜੇ ਦੇ ਉੱਪਰ ਪਹੁੰਚਣਾ ਹੋਵੇ ਤਾਂ ਇਸ ਦਾ ਇੱਕ ਬਹੁਤ ਵਿਸ਼ਾਲ ਚਿੰਤਨ ਕਰਨ ਦੀ ਲੋੜ ਹੈ। ਕਿਉਂਕਿ ਮੈਂ ਅਕਸਰ ਵੇਖ ਰਿਹਾ ਹਾਂ ਸਾਡਾ ਇੱਕ ਕਹਿ ਸਕਦੇ ਹੋ ਕਿ ਵਿਚਾਰਧਾਰਾ ਦਾ ਪੱਖ ਉਹ ਹੈ ਜਿਹੜਾ ਕੇਵਲ ਤੇ ਕੇਵਲ ਸਮਾਜ ਨੂੰ ਦੋਸ਼ੀ ਠਹਿਰਾ ਰਿਹਾ ਹੈ। ਇੱਕ ਪੱਖ ਉਹ ਹੈ ਜਿਹੜਾ ਕੇਵਲ ਤੇ ਕੇਵਲ ਪਰਿਵਾਰ ਨੂੰ ਦੋਸ਼ੀ ਠਹਿਰਾ ਰਿਹਾ ਹੈ ਕਿ ਬੱਚਿਆਂ ਦੀ ਜਿਹੜੀ ਪਰਵਰਿਸ਼ ਹੈ ਉਹ ਧਾਰਮਿਕ ਜੀਵਨ ਜਾਂਚ ਦੇ ਵਿੱਚ ਨਹੀਂ ਹੋਈ। ਇੱਕ ਸਾਡਾ ਪੱਖ ਉਹ ਹੈ ਜਿਹੜਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਰੇ ਇਸਲਾਮ ਨੂੰ ਦੋਸ਼ ਦੇ ਕਟਹਿਰੇ ਦੇ ਵਿੱਚ ਖੜਾ ਕਰ ਰਿਹਾ। ਬੇਸ਼ੱਕ ਇਹ ਜਿੰਨੇ ਵੀ ਕਹਿ ਸਕਦੇ ਹੋ ਕਿ ਸਾਡੇ ਵਿਚਾਰਧਾਰਾ ਦੇ ਪੱਖ ਨੇ, ਇਹ ਆਪਣੇ ਆਪ ਦੇ ਵਿੱਚ ਕਿਤੇ ਨਾ ਕਿਤੇ ਇੱਕ ਸਾਰਥਿਕ ਅਸ਼ੰਕਾ ਜ਼ਰੂਰ ਰੱਖਦੇ ਨੇ। ਇਹਨਾਂ ਦੀ ਅਹਿਮੀਅਤ ਜ਼ਰੂਰ ਹੈ, ਪਰ ਕੇਵਲ ਤੇ ਕੇਵਲ ਇੱਕੋ ਨਜ਼ਰੀਏ ਤੋਂ ਇਸ ਸਾਰੇ ਵਰਤਾਰੇ ਨੂੰ ਨਾ ਤਾਂ ਵਿਚਾਰਿਆ ਜਾ ਸਕਦਾ ਹੈ ਤੇ ਨਾ ਹੀ ਕਿਸੇ ਨਤੀਜੇ ਦੇ ਉੱਪਰ ਪਹੁੰਚਿਆ ਜਾ ਸਕਦਾ ਹੈ, ਕਿਉਂਕਿ ਇਸ ਸਾਰੇ ਵਰਤਾਰੇ ਦੇ ਵਿੱਚ ਬਹੁਤ ਸਾਰੇ ਤੱਥ ਜਿਹੜੇ ਨੇ ਉਹਨਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਉਹ ਤੱਥ ਸਾਡੇ ਪ੍ਰਚਾਰਕ ਵਰਗ ਤੋਂ ਲੈ ਕੇ, ਪਰਿਵਾਰ ਤੋਂ ਲੈ ਕੇ, ਮਾਂ ਦੀ ਗੋਦ ਤੋਂ ਲੈ ਕੇ, ਸਮਾਜ, ਰਾਜਨੀਤੀ, ਧਰਮ, ਰਾਜਨੀਤਿਕ ਆਗੂਆਂ ਦੀ ਲਾਲਸਾ ਔਰ ਇਸ ਦੇਸ਼ ਦੇ ਰਾਜਸੀ ਹਾਲਾਤ, ਇਹਨਾਂ ਬਹੁਤ ਸਾਰਿਆਂ ਦਾ ਮਲਗੂਬਾ ਹੈ। ਸੋ ਪਹਿਲੀ ਗੱਲ ਤਾਂ ਮੈਂ ਸੋਚਦਾ ਹਾਂ ਕਿ ਜਿੱਥੇ ਇੱਕ ਸਾਡੇ ਅੰਦਰ ਇਸ ਤਰ੍ਹਾਂ ਦਾ ਇਨਫੀਰੀਅਰਿਟੀ ਕੰਪਲੈਕਸ ਨੇ ਜਨਮ ਲੈ ਲਿਆ ਕਿ ਕੋਈ ਵੀ ਘਟਨਾ ਵਾਪਰਦੀ ਹੈ ਤੇ ਅਸੀਂ ਆਪਣੇ ਆਪ ਨੂੰ ਆਪੇ ਹੀ ਦੋਸ਼ੀ ਸਮਝਣਾ ਸ਼ੁਰੂ ਕਰ ਦਿੰਦੇ ਹਾਂ, ਬਜਾਏ ਕਿ ਉਸ ਸਾਰੀ ਘਟਨਾ ਦਾ ਜਿਹੜਾ ਮੁਲਾਂਕਣ ਕੀਤਾ ਜਾਵੇ, ਉਸ ਦਾ ਅਧਿਐਨ ਕੀਤਾ ਜਾਵੇ, ਉਸ ਦਾ ਆਲੋਚਨਾਤਮਕ ਅਧਿਐਨ ਕੀਤਾ ਜਾਵੇ, ਉਹਦੇ ਅਸਾਰੂ ਪੱਖ ਜਿਹੜੇ ਨੇ ਉਹ ਵੇਖੇ ਜਾਣ। ਪਰ ਉਸ ਦਾ ਨਾ ਹੋਣਾ ਜਾਂ ਕਿਤੇ ਨਾ ਕਿਤੇ ਉਸ ਦਾ ਸਮੁੱਚੀ ਕੌਮ ਦੇ ਇਸ ਵਰਤਾਰੇ ਦੇ ਵਿੱਚੋਂ ਮਨਫੀ ਹੋਣਾ, ਤਾਂ ਉਹਦੇ ਵਿੱਚ ਮੈਂ ਆਪਣੇ ਆਪ ਨੂੰ ਵੀ ਰੱਖਦਾ ਹਾਂ ਕਿ ਸਾਡਾ ਪ੍ਰਚਾਰਕ ਵਰਗ ਵੀ ਕਿਤੇ ਨਾ ਕਿਤੇ ਸਮੇਤ ਮੇਰੇ ਬਹੁਤ ਵੱਡਾ ਕਹਿ ਸਕਦੇ ਹੋ ਕਿ ਉਹਦੇ ਵਿੱਚ ਜ਼ਿੰਮੇਵਾਰ ਹੈ। ਉਹ ਇਸ ਕਰਕੇ ਹੈ ਕਿ ਅਸੀਂ ਅਜੇ ਤੱਕ ਇੱਕ ਸਾਂਝਾ ਮੁਹਾਜ਼ ਨਹੀਂ ਸਿਰਜ ਸਕੇ ਕਿ ਕੋਈ ਵੀ ਸਮੁੱਚੀ ਕੌਮੀਅਤ ਨੂੰ ਐਵੇਂ ਦੀ ਸਮੱਸਿਆ ਦਰਪੇਸ਼ ਆਉਂਦੀ ਹੈ ਤਾਂ ਉਹਦੇ ਬਾਰੇ ਜਿਹੜਾ ਇੱਕ ਥਿੰਕ ਟੈਂਕ ਟਾਈਪ ਸਾਡਾ ਕੋਈ ਐਵੇਂ ਦਾ ਸੰਗਠਨ ਹੋਵੇ ਜਿਹੜਾ ਇਸ ਸਾਰੇ ਮੁੱਦੇ ਦੇ ਉੱਪਰ ਸਕਾਰਾਤਮਕ ਰੂਪ ਦੇ ਵਿੱਚ ਬੜੀ ਨਿੱਘਰ ਵਿਚਾਰ ਚਰਚਾ ਕਰ ਸਕੇ। ਦੂਸਰੀ ਗੱਲ, ਪਰਿਵਾਰਕ ਮਾਹੌਲ। ਬਿਲਕੁਲ ਕੋਈ ਸ਼ੱਕ ਨਹੀਂ ਕਿਤੇ ਨਾ ਕਿਤੇ ਪਰਿਵਾਰਕ ਮਾਹੌਲ ਵੀ ਜ਼ਿੰਮੇਵਾਰ ਹੁੰਦਾ ਹੈ। ਤੀਸਰੀ ਗੱਲ ਹੁੰਦਾ ਹੈ ਕਿ ਜਦੋਂ ਤੁਸੀਂ ਇੱਕ ਖਿੱਤੇ ਦੇ ਵਿੱਚ ਬਹੁਤ ਕੌਮੀਅਤਾਂ ਜਿਹੜੀਆਂ ਰਹਿ ਰਹੀਆਂ ਹੁੰਦੀਆਂ ਨੇ ਤਾਂ ਦੂਜੀ ਕੌਮੀਅਤ ਦੀ ਵਿਚਾਰਧਾਰਾ ਨੂੰ ਸਮਝਣਾ। ਉਸ ਤੋਂ ਬਾਅਦ ਆ ਜਾਂਦਾ ਕਿ ਸਮਾਜ ਦਾ ਸਾਰੇ ਵਰਤਾਰੇ ਦੇ ਉੱਪਰ ਕੀ ਅਸਰ ਪੈ ਰਿਹਾ ਹੁੰਦਾ ਤੇ ਉਸ ਸਮਾਜ ਦੇ ਵਿੱਚ ਜਿਹੜੇ ਸਾਡੇ ਬੱਚੇ ਜਿਸ ਉਮਰ ਦੇ ਫੇਸ ਦੇ ਵਿੱਚ ਜਾਂ ਜਿਸ ਉਮਰ ਦੇ ਪੜਾਅ ਦੇ ਵਿੱਚ ਲੰਘ ਰਹੇ ਨੇ, ਸਮਾਜ ਦੇ ਵਿੱਚ ਵਾਪਰ ਰਹੇ ਵਰਤਾਰਿਆਂ ਦਾ ਉਹਨਾਂ ਦੇ ਉੱਪਰ ਅਸਰ ਕੀ ਪੈ ਰਿਹਾ। ਸੋ ਇਹ ਬਹੁਤ ਸਾਰੇ ਪਹਿਲੂ ਹੁੰਦੇ ਨੇ। ਪਹਿਲੀ ਗੱਲ ਤਾਂ ਇਸ ਮੁੱਦੇ ਵੱਲ ਆਈਏ ਕਿ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇਹ ਸਮੱਸਿਆ ਸਿੱਖਾਂ ਦੇ ਵਾਸਤੇ ਕੋਈ ਨਵੀਂ ਨਹੀਂ ਹੈ। ਔਰ ਨਾ ਹੀ
ਇਵੇਂ ਦੀ ਸਮੱਸਿਆ ਹੈ ਕਿ ਜਿਹੜਾ ਵਰਤਾਰਾ ਪਹਿਲਾਂ ਨਹੀਂ ਵਾਪਰਿਆ। ਵਿਦੇਸ਼ਾਂ ਦੇ ਵਿੱਚ ਵੀ ਅੰਤਰਜਾਤੀ ਵਿਆਹ ਹੋ ਰਹੇ ਨੇ। ਸਿੱਖ ਬੱਚੀਆਂ ਜਾਂ ਸਿੱਖ ਬੱਚੇ ਗੈਰ ਮਜ਼ਹਬ ਦੇ ਬੱਚੇ ਔਰ ਬੱਚੀਆਂ ਦੇ ਨਾਲ ਵਿਆਹ ਕਰਾ ਰਹੇ ਨੇ। ਪਰ ਜਿਹੜਾ ਸਾਰਾ ਵਰਤਾਰਾ ਕਸ਼ਮੀਰ ਦੇ ਵਿੱਚ ਵਾਪਰਿਆ, ਇਹਦੇ ਪ੍ਰਤੀ ਸਾਡੇ ਮਨ ਦੇ ਵਿੱਚ ਇੰਨੀ ਉਤੇਜਨਤਾ ਕਿਉਂ ਹੈ? ਉਹਦਾ ਇੱਕ ਕਾਰਨ ਹੈ। ਉਹਦਾ ਸਭ ਤੋਂ ਵੱਡਾ ਅਹਿਮ ਕਾਰਨ ਇਹ ਹੈ ਕਿ ਇਸਲਾਮ ਦੇ ਵਿੱਚ ਸਾਡਾ ਜਦੋਂ ਕੋਈ ਬੱਚੀ ਜਾਂ ਬੱਚਾ ਇਸ ਤਰ੍ਹਾਂ ਦੇ ਨਾਲ ਜਾਂਦਾ ਹੈ ਤਾਂ ਜਿਹੜਾ ਇਸਲਾਮ ਦਾ ਸੰਗਠਿਤ ਢਾਂਚਾ ਹੈ ਉਸ ਨੂੰ ਅਸੀਂ ਜ਼ਿੰਮੇਵਾਰ ਠਹਿਰਾ ਦਿੰਦੇ ਹਾਂ। ਔਰ ਖਾਸ ਕਰਕੇ ਜੋ ਕੁਝ ਵਿਦੇਸ਼ਾਂ ਦੇ ਵਿੱਚ ਵਾਪਰਿਆ, ਜਿਸ ਤਰ੍ਹਾਂ ਦੇ ਨਾਲ ਖਾਸ ਕਰਕੇ ਇੰਗਲੈਂਡ ਦੇ ਵਿੱਚ, ਯੂਰਪ ਦੇ ਵਿੱਚ ਜਿਸ ਤਰ੍ਹਾਂ ਦੀ ਕਹਿ ਸਕਦੇ ਹੋ ਕਿ ਗਰੂਮਿੰਗ ਗੈਂਗ ਬਣੇ, ਔਰ ਉਹਨਾਂ ਦੇ ਸਦਕਾ ਜਿਸ ਤਰ੍ਹਾਂ ਦੇ ਨਾਲ ਇੱਕ ਖਾਸ ਉਮਰ ਦੀਆਂ ਬੱਚੀਆਂ ਨੂੰ ਪ੍ਰਭਾਵਿਤ ਕੀਤਾ ਗਿਆ ਜਾਂ ਉਹਨਾਂ ਨੂੰ ਉਕਸਾਇਆ ਗਿਆ ਜਾਂ ਉਹਨਾਂ ਬੱਚੀਆਂ ਨੂੰ ਆਪਣੇ ਵੱਲ ਖਿੱਚਿਆ ਗਿਆ, ਤਾਂ ਉੱਥੇ ਵੀ ਕਿਤੇ ਨਾ ਕਿਤੇ ਸਾਡੇ ਭਾਈਚਾਰੇ ਦੇ ਵਿੱਚ ਖਾਸ ਕਰਕੇ ਪ੍ਰਚਾਰਕ ਨੇ ਕੋਈ ਬਹੁਤ ਵੱਡੀ ਭੂਮਿਕਾ ਨਹੀਂ ਨਿਭਾਈ, ਜਾਂ ਮੈਂ ਕਹਿ ਸਕਾਂ ਕਿ ਜ਼ਿੰਮੇਵਾਰੀ ਵਾਲੀ ਭੂਮਿਕਾ ਨਹੀਂ ਨਿਭਾਈ। ਅਸੀਂ ਉਹਨਾਂ ਦੇ ਉੱਪਰ ਇੱਕੋ ਗੱਲ ਸੁੱਟ ਕੇ ਆਪਣੇ ਦੋਸ਼ਾਂ ਤੋਂ ਮੁਕਤ ਹੋਣ ਦਾ ਇੱਕ ਰਾਹ ਲੱਭ ਲਿਆ ਜੀ, ਮੁਸਲਮਾਨਾਂ ਦੇ ਕੋਲ ਤੇ ਕਾਲਾ ਜਾਦੂ ਹੈ। ਬਿਲਕੁਲ ਸਹੀ ਗੱਲ ਹੈ ਜੀ, ਉਹ ਤੇ ਬਲੈਕ ਮੈਜਿਕ ਦੇ ਨਾਲ ਸਾਡੀਆਂ ਬੱਚੀਆਂ ਨੂੰ ਪ੍ਰਭਾਵਿਤ ਕਰ ਲੈਂਦੇ ਨੇ। ਪਰ ਮੈਂ ਸੋਚਦਾ ਹਾਂ ਕਿ ਇਸਲਾਮ ਤਾਂ ਇਸ ਗੱਲ ਨੂੰ ਮੰਨਦਾ ਹੀ ਨਹੀਂ। ਇਹ ਗੱਲ ਵੱਖਰੀ ਹੈ ਕਿ ਅੱਜ ਤੁਸੀਂ ਅਖਬਾਰਾਂ ਦੇ ਵਿੱਚ ਬਹੁਤ ਸਾਰੇ ਇਸ਼ਤਿਹਾਰ ਪੜ੍ਹਦੇ ਹੋ, ਮੀਆਂ ਜੀ ਨੂੰ ਮਿਲੋ, ਬੰਗਾਲੀ ਤਾਂਤਰਿਕ ਮੀਆਂ ਜੀ ਨੂੰ ਮਿਲੋ, ਕਾਲੇ ਇਲਮ ਦੇ ਵਾਸਤੇ ਮੀਆਂ ਜੀ ਨੂੰ ਮਿਲੋ। ਕਿੰਨੇ ਅਖਬਾਰਾਂ ਦੇ ਵਿੱਚ ਦੇਸ਼ ਦੇ ਵਿੱਚ ਵੀ ਤੇ ਵਿਦੇਸ਼ ਦੇ ਵਿੱਚ ਵੀ ਬਹੁਤ ਸਾਰੇ ਇਸ਼ਤਿਹਾਰ ਜਿਹੜੇ ਨੇ ਉਹ ਤੁਹਾਨੂੰ ਮਿਲਦੇ ਨੇ। ਪਰ ਜੇਕਰ ਤੁਸੀਂ ਇਸਲਾਮੀ ਸ਼ਰਅ ਦੀ ਗੱਲ ਕਰਦੇ ਹੋ, ਇਸਲਾਮ ਦੀ ਤਾਲੀਮ ਦੀ ਗੱਲ ਕਰਦੇ ਹੋ, ਤਾਂ ਮੁਕੱਦਸ ਕੁਰਾਨ ਸ਼ਰੀਫ ਦੇ ਵਿੱਚ ਸੂਰਾ ਫਲਕ ਦੇ ਵਿੱਚ ਤਾਂ ਬੜਾ ਸਪਸ਼ਟ ਲਿਖਿਆ ਹੋਇਆ ਹੈ ਕਿ ਵਾਹ ਬਿਨ ਸਰੀ ਗਾਸੀ ਕਿਨ ਇਜ਼ਾ ਵਕਮ, ਕਿ ਐ ਪਰਮਾਤਮਾ ਜਾਂ ਐ ਖੁਦਾ, ਕਿ ਜਿਹੜੇ ਪੜ੍ਹ ਕੇ ਫੂਕਣ ਵਾਲੇ ਨੇ, ਭਾਵ ਕਿ ਜਿਹੜੇ ਲੋਕਾਂ ਨੂੰ ਇਸ ਕਾਲੇ ਜਾਦੂ ਤੇ ਰਾਹ ਤੇ ਤੋਰਨ ਦੀਆਂ ਗੱਲਾਂ ਕਰਨ ਵਾਲੇ ਨੇ, ਮੈਂ ਉਹਨਾਂ ਨੂੰ ਛੱਡ ਕੇ ਤੇਰੇ ਕੋਲੋਂ ਪਨਾਹ ਮੰਗਦਾ। ਇਸ ਦਾ ਮਤਲਬ ਕਿ ਉਹਨਾਂ ਨੂੰ ਤਾਂ ਖੁਦ ਇੱਕ ਗੁਨਾਹ ਮੰਨਿਆ ਗਿਆ ਹੈ, ਤੇ ਫਿਰ ਜਿਹੜੇ ਇਸ ਤਰ੍ਹਾਂ ਦੇ ਕੰਮ ਲੋਕ ਕਰਦੇ ਨੇ, ਜਾਂ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਦੇ ਵਾਸਤੇ ਇਹ ਕਹਿ ਦਿੰਦੇ ਹਾਂ ਕਿ ਉਹ ਕਾਲੇ ਜਾਦੂ ਦੇ ਨਾਲ ਸਾਡੀਆਂ ਬੱਚੀਆਂ ਨੂੰ ਪ੍ਰਭਾਵਿਤ ਕਰ ਰਹੇ ਨੇ, ਫਿਰ ਕਿਤੇ ਨਾ ਕਿਤੇ ਇਸ ਦਾ ਮਤਲਬ ਕਿ ਅਸੀਂ ਇਸਲਾਮ ਦੇ ਬਾਰੇ ਵੀ ਨਹੀਂ ਜਾਣਦੇ। ਅਗਲੀ ਗੱਲ ਆ ਜਾਂਦੀ ਹੈ ਜਿਸ ਨੂੰ ਦਾਵਾ ਜਾਂ ਦਾਵਤ ਕਿਹਾ ਜਾਂਦਾ ਹੈ। ਵੇਖੋ, ਇਹ ਇਸਲਾਮ ਦੇ ਵਿੱਚ ਪ੍ਰਚਾਰ ਕਰਨ ਦੀ ਇੱਕ ਵਿਧੀ ਹੈ, ਪ੍ਰਚਾਰ ਕਰਨ ਦਾ ਇੱਕ ਤਰੀਕਾ ਹੈ, ਔਰ ਇਹ ਇਸਲਾਮ ਧਰਮ ਦੇ ਬਾਨੀ ਹਜ਼ਰਤ ਮੁਹੰਮਦ ਸਾਹਿਬ ਦੇ ਸਮੇਂ ਵੀ ਸੀ। ਪਰ ਇਹਦੇ ਵਿੱਚ ਕੋਈ ਜ਼ੋਰ ਜ਼ਬਰਦਸਤੀ ਨਹੀਂ ਹੈ ਕਿਸੇ ਵੀ ਤਰੀਕੇ ਦੇ ਨਾਲ। ਜਿਹੜੇ ਇਸਲਾਮ ਧਰਮ ਦੇ ਬਾਨੀ ਨੇ ਹਜ਼ਰਤ ਮੁਹੰਮਦ ਸਾਹਿਬ, ਜਿਹੜੇ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਉਹਨਾਂ ਦੇ ਚਾਚਾ ਜੀ ਲੱਗਦੇ ਸੀ ਅਬੂ ਤਾਲਿਬ, ਉਹਨਾਂ ਨੂੰ ਕਹਿ ਸਕਦੇ ਹੋ ਕਿ ਉਹਨਾਂ ਨੂੰ ਦਾਵਤ ਦੇ ਉੱਪਰ ਬਹੁਤ ਵਾਰ ਮੁਹੰਮਦ ਸਾਹਿਬ ਜਿਹੜੇ ਨੇ ਉਹ ਮਿਲੇ ਨੇ, ਭਾਵ ਕਿ ਇਸਲਾਮ ਦੀ ਤਾਲੀਮ ਨੂੰ ਦੱਸਣ ਦੇ ਵਾਸਤੇ ਜਾਂ ਗ੍ਰਹਿਣ ਕਰਨ ਦੇ ਵਾਸਤੇ, ਤੇ ਉਹਨਾਂ ਨੇ ਉਹ ਨਹੀਂ ਗ੍ਰਹਿਣ ਕੀਤੀ। ਤੇ ਇਹਦੇ ਬਾਰੇ ਬਕਾਇਦਾ ਤਲੀਮੁਲ ਇਸਲਾਮ ਦੇ ਵਿੱਚ ਇਸ ਗੱਲ ਦਾ ਜ਼ਿਕਰ ਵੀ ਤੁਹਾਨੂੰ ਮਿਲ ਜਾਵੇਗਾ ਕਿ ਮੁਹੰਮਦ ਸਾਹਿਬ ਨੂੰ ਫਿਰ ਇੱਕ ਆਇਤ ਜਿਹੜੀ ਹੈ ਉਹ ਨਾਜ਼ਲ ਹੁੰਦੀ ਹੈ, ਭਾਵ ਕਿ ਇੱਕ ਰੂਹਾਨੀ ਸੰਦੇਸ਼ ਮਿਲਦਾ ਹੈ ਕਿ ਤੁਸੀਂ ਸਿਰਫ ਇੱਕ ਕਾਸਦ ਹੋ, ਮੈਸੰਜਰ ਹੋ, ਤੁਸੀਂ ਕੋਈ ਦਰੋਗਾ ਨਹੀਂ ਹੋ। ਭਾਵ ਕਿ ਇਸਲਾਮ ਦੀਆਂ ਜਿਹੜੀਆਂ ਧਾਰਮਿਕ ਰਵਾਇਤਾਂ ਜਾਂ ਉਹਨਾਂ ਦੀ ਸ਼ਰਅ ਹੈ ਉਹਦੇ ਬਾਰੇ ਸਮਝਾਇਆ ਤੇ ਜਾ ਸਕਦਾ ਹੈ, ਪਰ ਕਿਸੇ ਦੇ ਉੱਪਰ ਜ਼ਬਰਦਸਤੀ ਨਹੀਂ ਠੋਸਿਆ ਜਾ ਸਕਦਾ। ਪਰ ਇਹ ਜਿਹੜੇ ਕੁਝ ਗਰੁੱਪ ਨੇ ਜਿਨ੍ਹਾਂ ਦੀ ਅਸੀਂ ਗੱਲ ਕਰ ਰਹੇ ਹਾਂ, ਖਾਸ ਕਰਕੇ ਇਹ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਜਿਹੜੇ ਆਪਣੇ ਗਰੂਮਿੰਗ ਗੈਂਗ ਨੇ ਖਾਸ ਕਰਕੇ ਵਿਦੇਸ਼ਾਂ ਦੇ ਵਿੱਚ, ਤੇ ਉਹ ਇਸਲਾਮ ਦੀਆਂ ਇਹਨਾਂ ਸਿੱਖਿਆਵਾਂ ਨੂੰ ਨਹੀਂ ਮੰਨਦੇ। ਤੇ ਜਦੋਂ ਅਸੀਂ ਦਾਵਤ ਦੀ ਗੱਲ ਕਰਦੇ ਹਾਂ ਤੇ ਇਸਲਾਮ ਦੀਆਂ ਜਿਹੜੀਆਂ ਵੱਖ-ਵੱਖ ਜਥੇਬੰਦਕ ਤਨਜ਼ੀਮਾਂ ਨੇ ਉਹਨਾਂ ਦੇ ਵਿੱਚ ਇਹਦੀ ਵਿਆਖਿਆ ਵੀ ਵੱਖ-ਵੱਖ ਹੈ, ਵੱਖ-ਵੱਖ ਦੇ ਰੂਪ ਦੇ ਵਿੱਚ ਹੈ। ਜੇ ਤੁਸੀਂ ਜਮਾਤੇ ਇਸਲਾਮੀ ਦੇ ਵਿੱਚ ਪੜ੍ਹੋਗੇ ਤਾਂ ਉਹ ਇਸ ਨੂੰ ਬਹੁਤ ਵੱਡੇ ਰੂਪ 'ਚ ਪਰਿਭਾਸ਼ਿਤ ਕਰਦੇ ਨੇ ਕਿ ਸਾਰੀ ਦੁਨੀਆ ਦੇ ਅੰਦਰ ਲੋਕਾਂ ਨੂੰ ਇਸਲਾਮ ਦੇ ਵਿੱਚ ਆਉਣ ਦੀ ਦਾਵਤ ਦੇ ਕੇ ਰਾਜਸੀ ਖਿੱਤੇ ਦੀ ਸਥਾਪਨਾ ਕਰਨੀ।
ਇਸੇ ਤਰ੍ਹਾਂ ਤੁਸੀਂ ਜੇਕਰ ਜਮਾਤੇ ਤਬਲੀਗੀ ਨੂੰ ਪੜ੍ਹੋਗੇ ਤਾਂ ਉਹਦੇ ਵਿੱਚ ਜਿਹੜੀ ਉਹ ਦਾਵਾ ਸ਼ਬਦ ਦੀ ਜਿਹੜੀ ਵਿਆਖਿਆ ਕਰਨਗੇ, ਉਹਦੇ ਵਿੱਚ ਉਹ ਵਿਆਖਿਆ ਇਹ ਕਰਨਗੇ ਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਲੋਕ ਜਿਹੜੇ ਇਸਲਾਮ ਦੀ ਪਾਕ ਸ਼ਰਅ ਤੋਂ ਪਰਹੇਜ਼ਗਾਰ ਨੇ, ਕਿ ਪੂਰੀ ਤਰ੍ਹਾਂ ਦੇ ਨਾਲ ਇਸਲਾਮ ਦੇ ਜਿਹੜੇ ਅਸੂਲ ਨੇ ਆਪਣੀ ਜ਼ਿੰਦਗੀ 'ਚ ਧਾਰਨ ਨਹੀਂ ਕਰ ਰਹੇ, ਉਹਨਾਂ ਨੂੰ ਉਹਦੇ ਵਿੱਚ ਲੈ ਕੇ ਆਉਣਾ। ਇਸੇ ਤਰ੍ਹਾਂ ਇਸਲਾਮਿਕ ਰਿਸਰਚ ਸੈਂਟਰ ਵਾਲੇ ਜਿਹੜੇ ਨੇ ਉਹ ਦਾਵਤ ਦੇ ਵਾਸਤੇ ਜਿਹੜੇ ਪ੍ਰਚਾਰਕਾਂ ਨੂੰ ਤਿਆਰ ਕਰਦੇ ਨੇ। ਹੁਣ ਸਾਡੀ ਸਮੱਸਿਆ ਇੱਥੇ ਆਉਂਦੀ ਹੈ ਕਿ ਜਦੋਂ ਜਿਹੜਾ ਗਰੂਮਿੰਗ ਗੈਂਗ ਹੈ, ਜਿਹੜਾ ਇਸ ਤਰ੍ਹਾਂ ਦੇ ਨਾਲ ਸਿੱਖ ਬੱਚੀਆਂ ਨੂੰ ਵਰਗ ਲਾਉਂਦਾ ਹੈ, ਤੇ ਜਦੋਂ ਕੋਈ ਐਵੇਂ ਦੀ ਘਟਨਾ ਵਾਪਰਦੀ ਹੈ ਤੇ ਜਿਹੜੇ ਇਸਲਾਮ ਦੇ ਬਾਕੀ ਜਿਹੜੇ ਕਹਿ ਸਕਦੇ ਹੋ ਕਿ ਉਹਨਾਂ ਦੇ ਧੜੇ ਨੇ, ਜਾਂ ਉਹਨਾਂ ਦੇ ਜਿਹੜੇ ਬਾਕੀ ਕਹਿ ਸਕਦੇ ਹੋ ਕਿ ਵੱਡੇ ਉਹਨਾਂ ਦੇ ਸੰਸਥਾਨ ਨੇ, ਉਹ ਇਸ ਦੇ ਬਾਰੇ ਸਿੱਖਾਂ ਦੇ ਨਾਲ ਆਵਾਜ਼ ਨਹੀਂ ਉਠਾਉਂਦੇ ਕਿ ਜਿਸ ਖਿੱਤੇ ਦੇ ਵਿੱਚ ਇਵੇਂ ਦੀਆਂ ਘਟਨਾਵਾਂ ਦੇ ਨਾਲ ਇੱਕ ਸਾਂਝੇ ਦੁਸ਼ਮਣ ਦੇ ਨਾਲ ਲੜਨ ਦੇ ਪ੍ਰਤੀ ਸਾਡੀ ਕੌਮੀਅਤ ਦੇ ਵਿੱਚ ਆਪਸੀ ਭਾਈਚਾਰਾ ਟੁੱਟ ਸਕਦਾ ਹੈ, ਉਹਨੂੰ ਬਚਾ ਕੇ ਕਿਵੇਂ ਰੱਖਣਾ। ਸੋ ਜਦੋਂ ਉਹਨਾਂ ਦੇ ਵੱਲੋਂ ਕੋਈ ਆਵਾਜ਼ ਨਹੀਂ ਉਠਾਈ ਜਾਂਦੀ, ਉਹ ਕਹਿੰਦੇ ਕਿ ਬੇਸ਼ੱਕ ਇਹ ਗਲਤ ਹੋ ਰਿਹਾ ਪਰ ਇਸ ਨੂੰ ਅਸੀਂ ਦਾਵਾ ਦਾ ਜਾਂ ਦਾਵਤ ਦਾ ਹਿੱਸਾ ਗਿਣਦੇ ਹਾਂ। ਜਦੋਂ ਉਹ ਆਵਾਜ਼ ਨਹੀਂ ਉਠਾਉਂਦੇ ਤਾਂ ਇਸ ਤਰ੍ਹਾਂ ਦੇ ਨਾਲ ਕੌਮੀਅਤਾਂ ਦੇ ਵਿੱਚ ਜਿਹੜਾ ਉਹ ਤਣਾਅ ਵੱਧਦਾ ਜਾਂਦਾ। ਪਹਿਲੀ ਗੱਲ ਤੇ ਦੂਸਰੀ ਗੱਲ ਹੈ, ਪ੍ਰਭਾਵਿਤ ਕੌਣ ਲੋਕ ਹੁੰਦੇ ਨੇ। ਸਭ ਤੋਂ ਅਹਿਮ ਗੱਲ ਇਹ ਹੈ ਕਿ ਉਹ ਕਿਹੜੇ ਲੋਕ ਨੇ ਜਿਹੜੇ ਪ੍ਰਭਾਵਿਤ ਹੁੰਦੇ ਨੇ। ਕਿਤੇ ਜਿਸ ਤਰ੍ਹਾਂ ਹੁਣ ਆ ਬੱਚੀ ਹੈ, ਦੋ ਬੱਚੀਆਂ ਜਿਨ੍ਹਾਂ ਦੇ ਨਾਮ ਆ ਰਹੇ ਨੇ ਮਨਮੀਤ ਕੌਰ ਔਰ ਤਨਮੀਤ ਕੌਰ। ਹੁਣ ਮਨਮੀਤ ਕੌਰ ਦਾ ਤਾਂ ਅਜੇ ਤੱਕ ਕੋਈ ਬਿਆਨ ਸਾਹਮਣੇ ਨਹੀਂ ਆਇਆ, ਪਰ ਜਦੋਂ ਤਨਮੀਤ ਕੌਰ ਨੇ ਜਿਹੜਾ ਮੀਡੀਆ ਵਿੱਚ ਬਿਆਨ ਦਿੱਤਾ, ਜੇ ਉਹਦਾ ਹੈ ਤਾਂ ਫਿਰ ਉਹਦੇ 'ਚੋਂ ਇੱਕ ਗੱਲ ਤੁਹਾਡੇ ਸਾਹਮਣੇ ਆ ਜਾਵੇਗੀ। ਉਹ ਇਹ ਆ ਜਾਵੇਗੀ ਕਿ ਅੱਜ ਜੇਕਰ ਜਦੋਂ ਉਹ ਬਿਆਨ ਜਾਰੀ ਕਰ ਰਹੀ ਹੈ ਤੇ ਉਹਦੀ ਉਮਰ ਜਿਹੜੀ ਹੈ 29 ਸਾਲ ਹੈ, ਤੇ ਕਹਿੰਦੀ ਹੈ ਕਿ 2012 ਦੇ ਵਿੱਚ ਮੈਂ ਕਨਵਰਟ ਹੋ ਗਈ ਸੀ, ਮੈਂ ਦੀਨ ਇਸਲਾਮ ਨੂੰ ਧਾਰਨ ਕਰ ਲਿਆ ਸੀ। ਇਹਦਾ ਮਤਲਬ ਉਸ ਦੀ ਉਮਰ ਉਦੋਂ 20 ਸਾਲ ਸੀ, ਤੇ ਜੇਕਰ 20 ਸਾਲ ਦੇ ਵਿੱਚ ਉਸਨੇ ਇਸਲਾਮ ਨੂੰ ਧਾਰਨ ਕੀਤਾ ਤਾਂ 16 ਤੋਂ 18 ਸਾਲ ਦੀ ਉਮਰ ਦੇ ਵਿੱਚ ਉਸਨੇ ਇਸਲਾਮ ਦੀ ਸਿੱਖਿਆ ਦੇ ਬਾਰੇ ਦਾਵਤ ਦੇ ਵਿੱਚ ਜਾਣਾ ਸ਼ੁਰੂ ਕੀਤਾ। ਸੋ ਇਸ ਦਾ ਮਤਲਬ ਇਹ ਹੋਇਆ ਕਿ 16, 17, 18, 19 ਸਾਲ ਤੱਕ ਦੀ ਜਿਹੜੀ ਉਮਰ ਹੈ, ਜਦੋਂ ਬੱਚਿਆਂ ਨੂੰ ਖਾਸ ਤੌਰ ਤੇ ਸਾਨੂੰ ਆਪਣੇ ਪਰਿਵਾਰਾਂ ਦੇ ਵਿੱਚ ਉਹਨਾਂ ਬੱਚਿਆਂ ਨੂੰ ਵਕਤ ਦੇਣ ਦੀ, ਉਹਨਾਂ ਨੂੰ ਧਾਰਮਿਕ ਵਿੱਦਿਆ ਦੇਣ ਦੀ, ਉਹਨਾਂ ਨੂੰ ਧਾਰਮਿਕ ਸੰਸਕਾਰ ਗ੍ਰਹਿਣ ਕਰਾਉਣ ਦਾ ਜਿਹੜਾ ਸਮਾਂ ਹੁੰਦਾ ਹੈ, ਉਹ ਵਕਤ ਜਿਹੜਾ ਅਸੀਂ ਬੱਚਿਆਂ ਵੱਲ ਧਿਆਨ ਨਹੀਂ ਰੱਖ ਸਕਦੇ। ਜਾਂ ਕਹਿ ਸਕਦੇ ਆ ਕਿ ਜਿਸ ਤਰ੍ਹਾਂ ਦੇ ਨਾਲ ਸਾਡੇ ਪਰਿਵਾਰਾਂ ਤੋਂ ਲੈ ਕੇ ਵਿਦਿਅਕ ਅਦਾਰਿਆਂ ਤੋਂ ਲੈ ਕੇ ਸਮਾਜ ਤੱਕ ਇੱਕ ਨਵ ਆਧੁਨਿਕਵਾਦ ਜਨਮ ਲੈਂਦਾ ਜਾ ਰਿਹਾ ਨਾ, ਜਿਹੜਾ ਨਵ ਆਧੁਨਿਕਵਾਦ ਜਿਹੜੇ ਰੂਹਾਨੀਅਤ ਦੇ ਥੰਮ ਹੁੰਦੇ ਨੇ, ਸਬਰ ਹੈ, ਸੰਜਮ ਹੈ, ਸੰਤੋਖ ਹੈ, ਸਹਿਜ ਹੈ, ਜਿਹੜਾ ਇਹਨਾਂ ਗੁਣਾਂ ਦੀ ਵਿਰੋਧਤਾ ਦੇ ਉੱਪਰ ਉਸਾਰਿਆ ਜਾ ਰਿਹਾ, ਉਹ ਜਿਹੜਾ ਨਵ ਆਧੁਨਿਕਵਾਦ ਜਿਹੜਾ ਪਦਾਰਥਵਾਦ ਤੋਂ ਪ੍ਰਭਾਵਿਤ ਹੈ, ਉਹਦੀ ਚਮਕ ਦਮਕ ਦਾ ਸਿੱਟਾ ਵੀ ਹੈ। ਔਰ ਅਸੀਂ ਤੇ ਕਹਿ ਸਕਦੇ ਕਿ ਇਸ ਨਵ ਆਧੁਨਿਕਵਾਦ ਨੂੰ ਜਾਂ ਨਵ ਪਦਾਰਥਵਾਦ ਨੂੰ, ਜਿਹੜਾ ਪਰਾ ਭੌਤਿਕ ਕਹਿ ਸਕਦੇ ਹੋ ਕਿ ਗੁਣਾਂ ਤੋਂ ਦੂਰ ਜਾ ਕੇ ਕੇਵਲ ਭੌਤਿਕਵਾਦ ਦੀ, ਪਦਾਰਥਵਾਦ ਦੀ ਗੱਲ ਕਰਦਾ ਹੈ, ਅਸੀਂ ਤੇ ਉਸ ਦੇ ਬਾਰੇ ਕਹਿ ਸਕਦੇ ਹੋ ਕਿ ਦੱਸ ਕੇ ਬੜਾ ਖੁਸ਼ ਹੁੰਦੇ ਆ। ਕਿਤੇ ਇਹਦੇ ਬਾਰੇ ਤੁਹਾਨੂੰ ਇੱਕ ਇੰਗਲੈਂਡ ਦੀ ਲੜਕੀ ਡਾਕਟਰ ਐਲਾ ਹਿਲ ਨੇ ਜਦੋਂ ਉਹ ਕਹਿ ਸਕਦੇ ਹੋ ਕਿ ਆਰਟੀਕਲ ਲਿਖਿਆ ਸੀ, ਤਾਂ ਉਹਨੇ ਆਪਣੇ ਆਪ ਨੂੰ ਕਿਹਾ ਸੀ ਸਰਵਾਈਵਰ ਆਫ ਗਰੂਮਿੰਗ ਗੈਂਗ। ਤੇ ਉਹ ਜਿਹੜੀ ਡਾਕਟਰ ਐਲਾ ਹਿਲ ਹੈ, ਉਹ ਬਹੁਤ ਵਧੀਆ ਰੂਪ ਦੇ ਵਿੱਚ, ਬੇਸ਼ੱਕ ਉਹਦੇ 'ਚ ਬਹੁਤ ਗੱਲਾਂ ਕਹਿ ਸਕਦੇ ਹੋ ਕਿ ਪ੍ਰੋਪੇਗੇਸ਼ਨ ਵੀ ਹੋ ਸਕਦੀ ਹੈ, ਪ੍ਰੋਪੇਗੈਂਡਾ ਵੀ ਹੋ ਸਕਦਾ ਹੈ, ਪਰ ਇੱਕ ਗੱਲ ਉਸਨੇ ਬੜੀ ਅਹਿਮ ਕਹੀ ਹੈ ਕਿ ਇਹ ਜਿਹੜੇ ਲੋਕ ਗਰੂਮਿੰਗ ਗੈਂਗ ਦੇ ਨਾਮ ਹੇਠ ਗੈਰ ਮਜ਼ਹਬੀ ਲੋਕਾਂ ਦੀਆਂ ਲੜਕੀਆਂ ਨੂੰ ਪ੍ਰਭਾਵਿਤ ਕਰਕੇ ਆਪਣੇ ਈਮਾਨ ਦੇ ਵਿੱਚ ਜਾਂ ਆਪਣੇ ਦੀਨ 'ਚ ਲਿਆ ਕੇ ਲਿਜਾਣ ਦਾ ਕੰਮ ਕਰਦੇ ਨੇ, ਉਹਨਾਂ ਦਾ ਪ੍ਰਭਾਵ ਉੱਥੇ ਹੁੰਦਾ ਹੈ ਜਿਹੜੇ ਪਰਿਵਾਰਾਂ ਦੇ ਵਿੱਚ ਜਾਂ ਜਿਹੜੀਆਂ ਲੜਕੀਆਂ ਜਿਹੜੀਆਂ ਨੇ ਸਿੰਗਿੰਗ, ਡਾਂਸਿੰਗ ਤੇ ਬਾਰ, ਤਿੰਨ ਚੀਜ਼ਾਂ, ਅਲਕੋਹਲ, ਕਿ ਖਾਸ ਕਰਕੇ ਜਿਹੜੇ ਪਰਿਵਾਰਾਂ ਦੀਆਂ ਬੱਚੀਆਂ ਬਾਰਾਂ ਦੇ ਵਿੱਚ, ਕਲੱਬਾਂ ਦੇ ਵਿੱਚ ਜਾ ਕੇ ਸ਼ਰਾਬਨੋਸ਼ੀ ਕਰਦੀਆਂ ਨੇ, ਮਰਦਾਂ ਦੇ ਨਾਲ ਡਾਂਸ ਕਰਦੀਆਂ ਨੇ, ਜਾਂ ਫਿਰ ਇਸ ਤਰ੍ਹਾਂ ਦੇ ਗਾਉਣ ਵਜਾਉਣ ਦੇ ਸ਼ੌਕ ਰੱਖਦੀਆਂ ਨੇ, ਉਹ ਲੜਕੀਆਂ ਹਮੇਸ਼ਾ ਹੀ ਇਹਨਾਂ ਦਾ ਸੌਖਾ ਖਾਜ਼ਾ ਬਣਦੀਆਂ ਨੇ। ਇਹ ਉਸ ਦਾ ਪੂਰਾ ਲੇਖ ਹੈ, ਤੁਸੀਂ ਇੰਟਰਨੈਟ ਦੇ ਉੱਪਰ ਡਾਕਟਰ ਐਲਾ ਹਿਲ ਜਿਹੜਾ ਉਹ ਸਰਚ ਕਰੋਗੇ ਤਾਂ ਤੁਹਾਨੂੰ ਉਹਦੇ 2-3 ਜਿਹੜੇ ਲੇਖ ਨੇ ਉਹ ਮਿਲ ਜਾਣਗੇ, ਤੇ ਉਹ ਆਪਣੇ ਆਪ ਨੂੰ ਸਰਵਾਈਵਰ ਗਿਣਦੀ ਹੈ। ਸੋ ਇਸ ਦਾ ਮਤਲਬ ਇਹ ਹੋਇਆ ਕਿ ਜਿਉਂ-ਜਿਉਂ ਸਾਡੇ ਪਰਿਵਾਰਾਂ ਦੇ ਵਿੱਚੋਂ ਧਾਰਮਿਕ ਜੀਵਨ ਜਾਚ, ਸਿੱਖ ਜੀਵਨ ਜਾਚ, ਕਿਸੇ ਨਾ ਕਿਸੇ ਰੂਪ ਦੇ ਵਿੱਚ ਰੂਹਾਨੀਅਤ ਦੇ ਜਿਹੜੇ ਉਹ ਤੱਤ ਪਰਿਵਾਰਾਂ 'ਚ ਪਾਏ ਜਾਂਦੇ ਸੀ, ਸਬਰ, ਸੰਜਮ, ਸਹਿਜ, ਸੰਤੋਖ, ਸ਼ੀਲਤਾ, ਇਹ ਸਭ ਕੁਝ ਕਿਤੇ ਨਾ ਕਿਤੇ ਸਾਡੇ ਵਿੱਚੋਂ ਗਵਾਚਦਾ ਜਾ ਰਿਹਾ।
ਤੇ ਫਿਰ ਅਸੀਂ ਦੋਸ਼ ਜਿਹੜਾ ਹੈ ਕਿਤੇ ਨਾ ਕਿਤੇ ਅਸੀਂ ਦੂਜਿਆਂ ਨੂੰ ਦੇਣਾ ਵੀ ਸ਼ੁਰੂ ਕਰ ਦਿੰਦੇ, ਜਦੋਂ ਕਿ ਮੈਂ ਸੋਚਦਾ ਕਿ ਇਹਦੇ ਵਿੱਚ ਬਹੁਤ ਸਾਰੇ ਅੰਸ਼ ਜਿਹੜੇ ਨੇ ਉਹ ਬਰਾਬਰ ਦੇ ਭਾਈਵਾਲ ਨੇ। ਵੇਖੋ, ਕਿਸੇ ਵੀ ਧਰਮ ਨੇ ਜੇਕਰ ਪ੍ਰਚਾਰ ਕਰਨਾ ਹੈ ਤਾਂ ਉਹਦੇ ਵਾਸਤੇ ਹਰ ਖੇਤਰ ਖੁੱਲ੍ਹਾ ਹੈ, ਪਰ ਜਦੋਂ ਉਹ ਧਰਮ ਆਪਣਾ ਪ੍ਰਚਾਰ ਕਰ ਰਿਹਾ ਤੇ ਦੂਜੇ ਧਰਮ ਦਾ ਕੋਈ ਬਸ਼ਿੰਦਾ ਪ੍ਰਭਾਵਿਤ ਹੋ ਰਿਹਾ ਤਾਂ ਉਹਦੇ ਪਿੱਛੇ ਦੋ ਕਾਰਨ ਨੇ। ਪਹਿਲੀ ਗੱਲ ਕਿ ਉਹ ਆਪਣੇ ਧਰਮ ਦੇ ਮੂਲ ਸਿਧਾਂਤਾਂ ਜਾਂ ਵਿਚਾਰਧਾਰਾ ਤੋਂ ਜਾਣੂ ਨਹੀਂ ਹੈ, ਤੇ ਦੂਸਰੀ ਗੱਲ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਸ ਦਾ ਸ਼ੋਸ਼ਣ ਹੋ ਰਿਹਾ ਹੈ। ਔਰ ਜੰਮੂ ਕਸ਼ਮੀਰ ਦੇ ਵਿੱਚ ਹੀ ਬਹੁਤ ਸਾਰੇ ਐਸੇ ਕੇਸ ਪਹਿਲਾਂ ਹੀ ਮੈਂ ਵੇਖੇ ਨੇ ਜਿੱਥੇ ਕਿਤੇ ਨਾ ਕਿਤੇ ਬੱਚੀਆਂ, ਜਿਹੜੀਆਂ ਜਵਾਨ ਬੱਚੀਆਂ ਨੇ, ਉਹਨਾਂ ਦਾ ਸ਼ੋਸ਼ਣ ਵੀ ਹੁੰਦਾ ਹੈ, ਤੇ ਉਸ ਤੋਂ ਬਾਅਦ ਉਹਨਾਂ ਦੇ ਕੋਲ ਕੋਈ ਰਾਹ ਨਹੀਂ ਬਚਦਾ ਕਿ ਉਹ ਦੁਬਾਰਾ ਆਪਣੇ, ਕਹਿ ਸਕਦੇ ਹੋ ਕਿ ਪਰਿਵਾਰਾਂ ਦੇ ਵਿੱਚ ਜਾਂ ਆਪਣੇ ਸਮਾਜ ਦੇ ਵਿੱਚ ਇੱਕ ਚੰਗੀ ਜ਼ਿੰਦਗੀ ਜੀ ਸਕਣ। ਸੋ ਬਹੁਤ ਸਾਰੀਆਂ ਘਟਨਾਕ੍ਰਮ ਦੇ ਵਿੱਚ ਇਸ ਤਰ੍ਹਾਂ ਵੀ ਜਿਹੜਾ ਉਹ ਵਾਪਰਦਾ ਹੈ। ਅਗਲੀ ਗੱਲ ਜਿਹੜੀ ਅਹਿਮ ਹੈ ਕਿ ਪਰਿਵਾਰਾਂ ਦੇ ਵਿੱਚ ਮੈਨੂੰ ਗੱਲ ਯਾਦ ਆ ਜਾਂਦੀ ਹੈ ਭਾਈ ਵੀਰ ਸਿੰਘ ਹੁਣਾਂ ਦੀ। ਭਾਈ ਵੀਰ ਸਿੰਘ ਹੁਣਾਂ ਨੂੰ ਕਿਸੇ ਨੇ ਸਵਾਲ ਕੀਤਾ ਸੀ ਕਿ ਮੈਂ ਆਪਣੀ ਬੱਚੀ ਨੂੰ ਧਰਮ ਦੀ ਵਿੱਦਿਆ ਕਦੋਂ ਤੋਂ ਦੇਣੀ ਸ਼ੁਰੂ ਕਰਾਂ, ਤਾਂ ਭਾਈ ਵੀਰ ਸਿੰਘ ਦਾ ਜਵਾਬ ਬੜਾ ਪਿਆਰਾ ਸੀ ਕਿ ਬੱਚੀ ਦੇ ਜਨਮ ਤੋਂ 20 ਸਾਲ ਪਹਿਲਾਂ। ਹੁਣ ਹੈਰਾਨਗੀ ਜੀ ਵਾਲਾ ਜਵਾਬ ਹੈ ਕਿ ਬੱਚੀ ਦਾ ਜੇ ਜਨਮ ਨਹੀਂ ਹੋਇਆ ਤੇ 20 ਸਾਲ ਪਹਿਲਾਂ ਧਰਮ ਦੀ ਵਿੱਦਿਆ ਦੇਣੀ ਸ਼ੁਰੂ ਕਰ ਦਿਓ। ਤੇ ਉਹ ਭਾਈ ਸਾਹਿਬ ਨੇ ਜਦੋਂ ਖੋਲ ਕੇ ਇਸ ਦਾ ਖੁਲਾਸਾ ਕੀਤਾ ਤਾਂ ਇਸ ਦਾ ਮਤਲਬ ਇਹ ਸੀ ਕਿ ਜੇ ਬੱਚੇ ਦਾ ਵਿਆਹ 18 ਸਾਲ 'ਚ ਹੁੰਦਾ ਹੈ ਤੇ ਉਹਦੇ ਘਰ ਜਿਹੜਾ ਬੱਚੀ ਜਾਂ ਬੱਚੀ ਦਾ ਜਨਮ ਹੈ 19 ਜਾਂ 20 ਸਾਲ ਦੀ ਉਮਰ 'ਚ ਹੁੰਦਾ ਹੈ, ਤੇ 20 ਸਾਲ ਪਹਿਲਾਂ ਜਨਮ ਤੋਂ ਵਿੱਦਿਆ ਦੇਣ ਦਾ ਭਾਵ ਹੈ ਕਿ ਬੱਚੇ ਦੀ ਜਿਹੜੀ ਮਾਂ ਹੈ ਉਹ ਆਪਣੇ ਜਨਮ ਤੋਂ ਵਿੱਦਿਆ ਧਰਮ ਦੀ ਗ੍ਰਹਿਣ ਕਰਨੀ ਜਿਹੜੀ ਹੈ ਉਹ ਸ਼ੁਰੂ ਕਰ ਦੇਵੇ। ਦੂਜੀ ਗੱਲ ਜਿਹੜਾ ਮੈਂ ਦਾ ਸਭ ਤੋਂ ਵੱਡਾ ਕਾਰਨ ਜਿਹੜਾ ਉਹ ਸਮਝਦਾ ਕਿ ਜਿਹੜੀਆਂ ਕੌਮਾਂ ਦੇ ਕੋਲ ਰਾਜਸੀ ਸ਼ਕਤੀ ਨਹੀਂ ਹੁੰਦੀ ਉਹਨਾਂ ਕੌਮਾਂ ਦੇ ਨਾਲ ਅਕਸਰ ਐਸੇ ਵਰਤਾਰੇ ਹਮੇਸ਼ਾ ਜ਼ਿਆਦਾ ਵਾਪਰਦੇ ਨੇ, ਕਿਉਂਕਿ ਰਾਜਸੀ ਤੌਰ 'ਤੇ ਜਾਂ ਫਿਰ ਐਡਮਿਨਿਸਟ੍ਰੇਸ਼ਨ ਦੇ ਤੌਰ 'ਤੇ ਜਾਂ ਫਿਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਜਿਹੜੀਆਂ ਕੌਮੀਅਤਾਂ ਹੁੰਦੀਆਂ ਉਹ ਕੁਛ ਨਾ ਕੁਛ ਕਹਿ ਸਕਦੇ ਹੋ ਕਿ ਲੈਕ ਕਰ ਰਹੀਆਂ ਹੁੰਦੀਆਂ। ਜੇ ਤੁਸੀਂ ਇਸ ਗੱਲ ਨੂੰ ਸਮਝਣਾ ਹੋਵੇ ਤੇ ਜਿਸ ਵੇਲੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮੁਲਾਕਾਤ ਹੁੰਦੀ ਹੈ ਬਹਾਦਰ ਸ਼ਾਹ ਦੇ ਨਾਲ, ਤੇ ਉਸ ਸਮੇਂ ਬਹਾਦਰ ਸ਼ਾਹ ਦਾ ਸ਼ਾਹੀ ਕਾਜ਼ੀ ਗੁਰੂ ਸਾਹਿਬ ਨੂੰ ਇੱਕ ਸਵਾਲ ਕਰਦਾ ਹੈ, ਕਰਾਮਾਤ ਕੀ ਹੈ? ਤੇ ਗੁਰੂ ਸਾਹਿਬ ਪਹਿਲੀ ਉਂਗਲੀ ਬਾਦਸ਼ਾਹ ਵੱਲ ਕਰਦੇ ਨੇ ਕਿ ਸਿਆਸਤ ਕਰਾਮਾਤ ਹੈ, ਕਿ ਸਿਆਸਤ ਦੇ ਕੋਲ ਰਾਜਸੀ ਸ਼ਕਤੀ ਬਹੁਤ ਕੁਝ ਕਰ ਸਕਦੀ ਹੈ। ਉਸਨੇ ਕਿਹਾ ਨਹੀਂ, ਇਹ ਤੋਂ ਵੱਡੀ ਕਰਾਮਾਤ ਪੈਸਾ। ਗੁਰੂ ਸਾਹਿਬ ਨੇ ਮੋਹਰ ਵਿਖਾ ਦਿੱਤੀ ਕਿ ਇਹਦੇ ਤੋਂ ਵੱਡੀ ਸ਼ਕਤੀ ਪੈਸਾ ਹੈ ਜਿਹਦੇ ਨਾਲ ਰਾਜਸੀ ਸ਼ਕਤੀ ਨੂੰ ਖਰੀਦਿਆ ਜਾ ਸਕਦਾ ਹੈ। ਤੇ ਤੀਸਰੀ ਗੱਲ ਤਲਵਾਰ ਸੀ ਕਿ ਜੇਕਰ ਦੋਹਾਂ ਦੇ ਉੱਪਰ ਦੀ ਕੋਈ ਗੱਲ ਹੈ ਤਾਂ ਉਹ ਫਿਰ ਤੁਹਾਡੇ ਕੋਲ ਜਿਹੜੀ ਹੈ ਉਹ ਤਲਵਾਰ ਦਾ ਬਲ ਭਾਵ ਕਿ ਸ਼ਕਤੀ ਚਾਹੀਦੀ ਹੈ। ਸੋ ਮੈਨੂੰ ਇੰਝ ਲੱਗਦਾ ਹੈ ਕਿ ਰਾਜਸੀ ਸ਼ਕਤੀ ਸਾਡੇ ਕੋਲ ਜਾਂ ਕਿਸੇ ਵੀ ਕੌਮੀਅਤ ਦੇ ਕੋਲ ਜਦੋਂ ਨਹੀਂ ਹੁੰਦੀ ਤਾਂ ਉਹਨੂੰ ਕਿਸੇ ਨਾ ਕਿਸੇ ਖਿੱਤਿਆਂ ਦੇ ਵਿੱਚ ਜਿੱਥੇ ਉਹ ਘੱਟ ਗਿਣਤੀ ਹੁੰਦਾ ਹੈ ਉੱਥੇ ਇਵੇਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਤੇ ਜਦੋਂ ਤੁਸੀਂ ਇਵੇਂ ਦੀਆਂ ਸਮੱਸਿਆ ਦਾ ਸਾਹਮਣਾ ਉਸ ਖਿੱਤੇ 'ਚ ਕਰਨਾ ਹੈ ਜਿਹਦੇ ਵਿੱਚ ਤੁਹਾਡੇ ਕੋਲ ਰਾਜਸੀ ਸ਼ਕਤੀ ਨਹੀਂ ਹੈ, ਤੁਹਾਡੇ ਕੋਲ ਕੋਈ ਰਾਜਸੀ ਬਲ ਨਹੀਂ ਹੈ, ਤਾਂ ਤੁਹਾਡੇ ਵਿੱਚ ਸੰਗਠਿਤ ਚੇਤਨਤਾ ਦਾ ਹੋਣਾ ਬਹੁਤ ਜ਼ਰੂਰੀ ਹੈ। ਤੁਹਾਡੇ ਵਿੱਚ ਕੌਮੀ ਵਿਚਾਰਧਾਰਾ ਦਾ ਹੋਣਾ ਬਹੁਤ ਜ਼ਰੂਰੀ ਹੈ। ਤੁਹਾਡੇ ਵਿੱਚ ਇਵੇਂ ਦਾ ਇੱਕ ਸੰਗਠਿਤ ਢਾਂਚਾ ਹੋਣਾ ਬਹੁਤ ਜ਼ਰੂਰੀ ਹੈ ਜਿਹੜਾ ਉਸ ਸਮੇਂ ਕਹਿ ਸਕਦੇ ਹੋ ਕਿ ਵਰਤਮਾਨ ਦੇ ਵਿੱਚ ਵਾਪਰ ਰਹੇ ਵਰਤਾਰਿਆਂ ਦੇ ਉੱਪਰ ਬਾਜ਼ ਅੱਖ ਰੱਖ ਸਕੇ ਤੇ ਆਪਣੀ ਕੌਮੀਅਤ ਨੂੰ ਸੁਚੇਤ ਕਰ ਸਕੇ ਕਿ ਇਸ ਸਾਰੇ ਵਰਤਾਰੇ ਦੇ ਪਿੱਛੇ ਜਾਂ ਇਸ ਘਟਨਾਕ੍ਰਮ ਦੇ ਪਿੱਛੇ ਕਾਰਨ ਕੀ ਨੇ, ਅਸੀਂ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਨਜਿੱਠਣਾ ਹੈ। ਜੇਕਰ ਇੱਕ ਕੋਈ ਖਾਸ ਧੜਾ ਇਸਲਾਮ ਦਾ ਇਸ ਤਰ੍ਹਾਂ ਦੀ ਕਹਿ ਸਕਦੇ ਹੋ ਕਿ ਗਰੂਮਿੰਗ ਗੈਂਗ ਜਿਹਨਾਂ ਨੂੰ ਕਿਹਾ ਜਾਂਦਾ ਕਰਦਾ ਹੈ, ਤੇ ਅਸੀਂ ਬਾਕੀ ਧੜੇ ਜਿਹੜੇ ਨੇ ਉਹਨਾਂ ਦੇ ਨਾਲ ਡਾਇਲਾਗ ਤਾਂ ਆਰੰਭ ਕਰੀਏ ਨਾ। ਸਾਡਾ ਵੀ ਤਾਂ ਕੋਈ ਇਵੇਂ ਦਾ ਇੱਕ ਬਹੁਤ ਵੱਡਾ ਕਹਿ ਸਕਦੇ ਹੋ ਕਿ ਸੰਸਥਾਗਤ ਰੂਪ ਦੇ ਵਿੱਚ ਕੋਈ ਢਾਂਚਾ ਹੋਵੇ ਕਿ ਅਸੀਂ ਜਿਹੜੇ ਬਾਕੀ ਧਿਰਾਂ ਜਿਹੜੀਆਂ ਸਾਡੇ ਨਾਲ ਹਮਦਰਦੀ ਰੱਖਦੀਆਂ ਨੇ ਅਸੀਂ ਉਹਨਾਂ ਵੱਡੀਆਂ ਧਿਰਾਂ ਦੇ ਨਾਲ ਗੱਲਬਾਤ ਦਾ ਰਾਹ ਤਾਂ ਖੋਲ੍ਹ ਸਕੀਏ ਨਾ ਕਿ ਇਸ ਤਰ੍ਹਾਂ ਦੇ ਵਰਤਾਰਿਆਂ ਦੇ ਨਾਲ ਦੋ ਭਾਈਚਾਰਿਆਂ ਦੇ ਵਿੱਚ ਜਿਹੜੀ ਸਾਂਝ ਹੈ ਉਹ ਟੁੱਟਦੀ ਜਾ ਰਹੀ ਹੈ, ਜਿਹੜੀ ਭਵਿੱਖ ਦੇ ਵਿੱਚ ਦੋਹਾਂ ਧਿਰਾਂ ਦੇ ਵਾਸਤੇ ਖਤਰਨਾਕ ਹੋਵੇਗੀ। ਸੋ ਇਸ ਸਾਰੇ ਵਰਤਾਰੇ ਨੂੰ ਅਸੀਂ ਬਹੁਦਿਸ਼ਾਵੀ ਚਿੰਤਨ ਦੇ ਰੂਪ ਦੇ ਵਿੱਚ ਵੇਖੀਏ। ਮੈਂ ਜਾਂ ਤੁਸੀਂ ਜਾਂ ਕੋਈ ਵੀ ਕੇਵਲ ਇੱਕ ਨਜ਼ਰੀਏ ਤੋਂ ਵੇਖ ਕੇ ਇਹ ਸਾਰੀ ਸਮੱਸਿਆ ਦੇ ਹੱਲ ਵੱਲ ਅਸੀਂ ਨਹੀਂ ਪਹੁੰਚ ਸਕਾਂਗੇ। ਸੋ ਇਸ ਗੱਲ ਨੂੰ ਅਸੀਂ ਵੱਡੇ ਰੂਪ ਦੇ ਵਿੱਚ ਸੋਚ ਕੇ ਆਪਣੀ ਸਮੂਹਿਕ ਚੇਤਨਤਾ ਜਿਹੜੀ ਹੈ ਉਹਨੂੰ ਇਕੱਤਰ ਕਰਕੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਸਾਰੇ ਸੰਗਠਿਤ ਢਾਂਚੇ ਦੇ ਵਿੱਚ
ਉਸ ਨੂੰ ਵਿਚਾਰਨ ਤੋਂ ਬਾਅਦ ਦੁਨੀਆ ਅੱਗੇ ਰੱਖਣ ਦਾ ਯਤਨ ਜ਼ਰੂਰ ਕਰੀਏ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਫਤਿਹ ਦੀ ਸਾਂਝ ਪਿਆਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਵਰਸ, ਇਹ ਸੀ ਅੱਜ ਦੀ ਵੀਡੀਓ। ਡਾਕਟਰ ਸੁਖਪ੍ਰੀਤ ਸਿੰਘ ਬੜੀ ਡਿਟੇਲ ਦੇ ਨਾਲ ਗੱਲ ਕਰਨ ਦੇ ਜੋ ਇਹਨਾਂ ਨੇ ਦੱਸਿਆ ਉਹ ਠੀਕ ਹੈ। ਮੇਰੀ ਹੋ ਸਕਦਾ ਕਿ ਮੇਰੀ ਗੱਲ ਮੁਸਲਮਾਨਾਂ ਨੂੰ ਅੱਛੀ ਨਾ ਲੱਗੇ, ਠੀਕ ਹੈ, ਨਾ ਲੱਗੇ, ਲੇਕਿਨ ਮੇਰੀ ਆਪਣੀ ਇੱਕ ਰਾਏ ਹੈ। ਹੋ ਸਕਦਾ ਸਿੱਖਾਂ ਨੂੰ ਨਾ ਲੱਗੇ, ਲੇਕਿਨ ਮੇਰੀ ਇੱਕ ਆਪਣੀ ਰਾਏ। ਮੈਂ ਖਾਸ ਤੌਰ ਤੇ ਕਹਾਂ ਕਿ ਮੇਰੀ ਗੱਲ ਡਾਕਟਰ ਸੁਖਪ੍ਰੀਤ ਸਿੰਘ ਜੀ ਦੇ ਕੋਲ ਮੇਰੀ ਗੱਲ ਨੂੰ ਪਹੁੰਚਾਇਆ ਜਾਵੇ। ਸਿਸਟਮ ਖਰਾਬ ਹੈ। ਜਿੰਨੀ ਦੇਰ ਤੱਕ ਸਿਸਟਮ ਠੀਕ ਨਹੀਂ ਹੁੰਦਾ ਉਨੀ ਦੇਰ ਤੱਕ ਕੁਝ ਵੀ ਨਹੀਂ ਹੋ ਸਕਦਾ। ਮਤਲਬ ਕੀ ਹੈ ਕਿ ਇਹ ਵਾਕਿਆ ਹੋ ਗਿਆ, ਸਾਰੇ ਸਿੱਖ ਆਪਣੇ ਘਰ ਆ ਜਾਣਗੇ, ਰਹਿਣਾ ਫੇਰ ਇਹਨਾਂ ਨੇ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਿਨ੍ਹਾਂ ਨੇ ਜਬਰਨ ਨਿਕਾਹ ਕੀਤਾ, ਜਿਨ੍ਹਾਂ ਨੇ ਜਬਰਨ ਇਸ ਤਰ੍ਹਾਂ ਦਾ ਕੰਮ ਕੀਤਾ, ਉਹ ਗਲਤ ਕੀਤਾ ਵਾ। ਕਾਨੂੰਨ ਕੀ ਕਰੇਗਾ ਉਹਨੂੰ? ਕੁਛ ਵੀ ਨਹੀਂ। ਹਫਤੇ ਬਾਅਦ 2 ਹਫ਼ਤੇ ਬਾਅਦ ਜਾ ਕੇ ਬਰੀ ਹੋ ਜਾਏਗਾ, ਬਸ ਇੰਨਾ ਹੀ ਹੋਏਗਾ। ਇਸ ਤੋਂ ਜ਼ਿਆਦਾ ਨਹੀਂ ਹੋ ਸਕਦਾ। ਬੜੀ ਹੱਦ ਉਹਨੂੰ 1 ਸਾਲ ਦੀ ਸਜ਼ਾ ਹੋ ਜਾਏਗੀ। ਵੀ ਸਿਰਸਾ ਸਾਹਿਬ ਅਗਰ ਮਗਰ ਲੱਗੇ ਹੈ 2 ਸਾਲ ਦੀ ਸਜ਼ਾ ਦੇ ਦੇਣਗੇ। ਇਸ ਤੋਂ ਜ਼ਿਆਦਾ ਉੱਤੇ ਨਹੀਂ ਹੋ ਸਕਦਾ। ਉਹ ਫਿਰ ਦੁਬਾਰਾ ਵਾਪਸ ਆਏਗਾ, ਫਿਰ ਦੁਬਾਰਾ ਸੋਚੇਗਾ ਕਿ ਮੈਂ ਫਿਰ ਦੁਬਾਰਾ ਮੈਂ ਇਹ ਜੁਰਮ ਕਦੇ ਫਿਰ ਦੁਬਾਰਾ ਇਹੀ ਜੁਰਮ ਮੈਂ ਕਿਸ ਤਰ੍ਹਾਂ ਕਰਨਾ ਹੈ। ਅਸਲ ਚੀਜ਼ ਹੈ ਸਿਸਟਮ ਹੀ ਨਹੀਂ ਠੀਕ ਹੈ। ਇਹ ਸਿਸਟਮ ਨੂੰ ਠੀਕ ਕਿਸ ਤਰ੍ਹਾਂ ਕਰਨਾ ਵਾ, ਉਹਦਾ ਇੱਕੋ ਹੀ ਹੱਲ ਹੈ, ਖਾਲਸੇ ਦਾ ਰਾਜ। ਜਿੰਨੀ ਦੇਰ ਤੱਕ ਖਾਲਸੇ ਦਾ ਰਾਜ ਨਹੀਂ ਆ ਸਕਦਾ ਉਨੀ ਦੇਰ ਤੱਕ ਇਹ ਸਿਸਟਮ ਨਹੀਂ ਠੀਕ ਸਕਦਾ। ਜੁਰਮ ਹੈ, ਚਾਹੇ ਜਬਰੀ ਨਿਕਾਹ ਕਰਾਓ, ਚਾਹੇ ਤੁਸੀਂ ਬਿਜਲੀ ਚੋਰੀ ਕਰੋ, ਚਾਹੇ ਤੁਸੀਂ ਡਾਕਾ ਮਾਰੋ, ਚਾਹੇ ਤੁਸੀਂ ਕਤਲ ਕਰੋ, ਜੁਰਮ ਹੈ। ਜਿੰਨੀ ਦੇਰ ਤੱਕ ਨਿਜ਼ਾਮ ਠੀਕ ਨਹੀਂ ਹੋ ਸਕਦਾ ਉਨੀ ਦੇਰ ਤੱਕ ਇਹ ਜੁਰਮ ਖਤਮ ਨਹੀਂ ਹੋ ਸਕਦੇ। ਦੇਖੋ ਇੱਕ ਹੋਰ ਗੱਲ, ਅੱਜ ਬੰਦਾ ਬਿਜਲੀ ਚੋਰੀ ਕਰਦਾ ਘਰ ਦੀ, ਉਹ ਬਿਜਲੀ ਚੋਰੀ ਕਰਦਾ ਵੈ ਤੇ ਉਹ ਪਹਿਲੇ ਨੰਬਰ ਤੇ ਫੜਿਆ ਨਹੀਂ ਜਾਂਦਾ। ਜੇ ਅਗਰ ਫੜਿਆ ਜਾਵੇ 10-15 ਹਜ਼ਾਰ ਰੁਪਇਆ ਦੇ ਕੇ ਬਾਹਰ ਆ ਜਾਂਦਾ ਵੈ। ਉਹ 10-15 ਹਜ਼ਾਰ ਰੁਪਇਆ ਦੇ ਕੇ ਜਦੋਂ ਬਾਹਰ ਆਉਂਦਾ ਫਿਰ ਉਹਦੀ ਉਹੀ ਸੋਚ ਹੁੰਦੀ ਹੈ ਕਿ ਮੈਂ 10-15 ਹਜ਼ਾਰ ਰੁਪਇਆ ਅੱਗੇ ਤੋਂ ਪੂਰਾ ਕਿਸ ਤਰ੍ਹਾਂ ਕਰਨਾ ਵੈ। ਉਹ ਦਿਨ ਨੂੰ ਬਿਜਲੀ ਚੋਰੀ ਕਰਦਾ ਸੀ, ਫਿਰ ਉਹ ਜਾ ਕੇ ਰਾਤ ਨੂੰ ਬਿਜਲੀ ਚੋਰੀ ਕਰੇਗਾ। ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਜਿੰਨੀ ਦੇਰ ਤੱਕ ਇਹ ਸਿਸਟਮ ਠੀਕ ਨਹੀਂ ਹੋ ਸਕਦਾ ਉਨੀ ਦੇਰ ਤੱਕ ਕੁਛ ਨਹੀਂ ਹੋ ਸਕਦਾ। ਇਹਦਾ ਇੱਕੋ ਹੀ ਹੱਲ ਹੈ, ਵਾਹਦ ਹੱਲ ਹੈ, ਖਾਲਸੇ ਦਾ ਰਾਜ। ਗੁਰੂ ਗੋਬਿੰਦ ਸਿੰਘ ਜੀ ਨੇ ਸਜ਼ਾ ਦਿੱਤੀ ਸੀ ਜਿਹੜੇ ਬੰਦੇ ਨੇ ਕਰਪਸ਼ਨ ਕੀਤੀ ਸੀ, ਲੰਗਰ ਦੇ ਵਿੱਚੋਂ ਕਰਪਸ਼ਨ ਕੀਤੀ ਸੀ, ਪੈਸਿਆਂ ਦੇ ਵਿੱਚੋਂ ਕੁਛ ਕਰਪਸ਼ਨ ਕੀਤੀ ਸੀ, ਦਸਵੰਧ ਕੇ ਮਸੰਦ ਕੀ ਕਹਿੰਦੇ ਨੇ ਉਹਨਾਂ ਨੇ ਵਿੱਚੋਂ ਕਰਪਸ਼ਨ ਕੀਤੀ ਸੀ। ਗੁਰੂ ਸਾਹਿਬ ਨੇ ਕੀ ਸਜ਼ਾ ਦਿੱਤੀ ਸੀ ਉਹਨੂੰ? ਗੁਰੂ ਸਾਹਿਬ ਨੇ ਸਜ਼ਾ ਦਿੱਤੀ ਸੀ ਕਿ ਇਹਨੂੰ ਕੜਾਹੇ ਦੇ ਵਿੱਚ ਤੇਲ ਪਾ ਕੇ ਅੱਗ ਲਾ ਕੇ ਸਾੜ ਦੇਵੋ। ਮੈਂ ਤੁਹਾਡੇ ਕੋਲ ਪੁੱਛਣਾ, ਆਪਣੇ ਦਿਲ ਤੇ ਹੱਥ ਰੱਖ ਕੇ ਇਮਾਨਦਾਰੀ ਨਾਲ ਮੈਨੂੰ ਇੱਕ ਗੱਲ ਦੱਸੋ, ਅਗਰ ਇਹੀ ਸਜ਼ਾ ਅੱਜ ਕੋਈ ਬੰਦਾ ਬੰਦਾ ਬਲਤਕਾਰ ਕਰਦਾ ਵਾ, ਅੱਜ ਕੋਈ ਬੰਦਾ ਚੋਰੀ ਕਰਦਾ ਵਾ, ਅੱਜ ਕੋਈ ਬੰਦਾ ਜਬਰੀ ਨਿਕਾਹ ਕਰਦਾ ਵਾ, ਇਹੀ ਸਜ਼ਾ ਅੱਜ ਤੁਹਾਡੇ ਚੌਂਕ ਦੇ ਵਿੱਚ ਖੜੇ ਹੋ ਕੇ ਅੱਜ ਇਹੀ ਸਜ਼ਾ ਦਿੱਤੀ ਜਾਵੇ, ਮੈਂ ਕਹਿੰਦਾ ਕਿ ਬਲਤਕਾਰ ਕਰਨਾ, ਪੁੱਠਾ ਕੰਮ ਕਰਨਾ, ਚੋਰੀ ਕਰਨਾ, ਡਾਕਾ ਪਾਉਣਾ, ਕਤਲ ਕਰਨਾ ਬੜੀ ਦੂਰ ਦੀ ਗੱਲ ਹੈ। ਕੋਈ ਬੰਦਾ ਕਿਸੇ ਵੱਲ ਕੋਈ ਅੱਖ ਪੁੱਟ ਕੇ ਵੀ ਨਹੀਂ ਵੇਖੇਗਾ। ਕੋਈ ਬੰਦਾ ਕਿਸੇ ਵੱਲ ਕੋਈ ਅੱਖ ਪੁੱਟ ਕੇ ਵੀ ਨਹੀਂ ਵੇਖ ਸਕਦਾ। ਕੋਈ ਕੈਮਰੇ ਉਦੋਂ ਕੋਈ ਕੈਮਰੇ ਨਹੀਂ ਸੀ ਹੁੰਦੇ, ਲੇਕਿਨ ਗੁਰੂ ਸਾਹਿਬ ਨੇ ਇਸ ਨਿਜ਼ਾਮ ਨੂੰ ਨਾਫਜ਼ ਕਰਕੇ ਦੱਸਿਆ ਵਾ। ਤੇ ਇੱਕ ਗੱਲ ਸਾਰੀ ਇਹੀ ਹੈ ਕਿ ਗੱਲਾਂ ਆਪਾਂ ਜਿੰਨੀਆਂ ਮਰਜ਼ੀ ਕਰੀਏ ਗੱਲਾਂ ਖਤਮ ਨਹੀਂ ਹੋ ਸਕਦੀਆਂ। ਨਿਜ਼ਾਮ ਜਿੰਨੀ ਦੇਰ ਤੱਕ ਠੀਕ ਨਹੀਂ ਹੋਏਗਾ ਉਨੀ ਦੇਰ ਤੱਕ ਕੁਛ ਨਹੀਂ ਹੋ ਸਕਦਾ। ਡਾਕਟਰ ਸੁਖਪ੍ਰੀਤ ਸਾਹਿਬ ਦੀ ਗੱਲ ਕਰੀਏ, ਜਿਹੜੀ ਇਹਨਾਂ ਨੇ ਵਿੱਚ ਇੱਕ ਹੋਰ ਗੱਲ ਕੀਤੀ ਹੈ ਕਿ ਲੋਕੀ ਕਹਿ ਦਿੰਦੇ ਆ ਕਿ ਇਹਦੇ ਉੱਤੇ ਜਾਦੂ ਕੀਤਾ ਸੀ ਕਿਸੇ ਨੇ। ਆਹੋ ਯਾਰ, ਮੈਨੂੰ ਇਹ ਨਹੀਂ ਸਮਝ ਆਉਂਦੀ, ਆ ਇਮਰਾਨ ਖਾਨ ਤੇ ਜਾਦੂ ਕਰੋ ਆ ਤੁਸੀਂ ਜ਼ਰਾ। ਇਮਰਾਨ ਖਾਨ ਮੋਦੀ ਤੇ ਜਾਦੂ ਕਰੇ ਆ, ਨਰਿੰਦਰ ਮੋਦੀ ਤੇ। ਆ ਕਿੰਨੀ ਦੇਰ ਤੋਂ ਉੱਥੇ ਲੋਕ ਧਰਨਾ ਮੱਲ ਕੇ ਬੈਠੇ ਆ। ਉਹ ਜਾਦੂ ਕਰਦੇ ਕਿਉਂ ਨਹੀਂ ਹੈ? ਆਪਣੇ ਕਾਨੂੰਨ ਬਦਲਾਉਣ ਵਾਸਤੇ। ਜਾਦੂ ਨਹੀਂ ਕੁਛ ਐਡਾ ਜਾਦੂ ਹੁੰਦਾ ਤੇ ਇਹ ਦੁਨੀਆ ਦਾ ਨਿਜ਼ਾਮ ਅੱਜ ਜਾਦੂਗਰਾਂ ਦੇ ਹੱਥਾਂ ਦੇ ਵਿੱਚ ਹੁੰਦਾ, ਸਿਆਸਤਦਾਨਾਂ ਦੇ ਹੱਥਾਂ ਵਿੱਚ ਹੁੰਦਾ ਹੀ ਨਹੀਂਗਾ। ਇਹ ਗੱਲਾਂ ਬਹੁਤ ਜ਼ਿਆਦਾ ਗਲਤ ਹੈ ਕਿ ਉਹਨੇ ਕਰ ਦਿੱਤਾ। ਹਾਲਾਂਕਿ ਗਲਤ ਸਾਡੀ ਆਪਣੀ ਹੈ, ਲੇਕਿਨ ਫਾਈਨਲ ਗੱਲ ਇੱਕੋ ਹੀ ਹੈ ਕਿ ਇਹਦਾ ਹੱਲ ਜਿਹੜਾ ਵਾ ਉਹ ਖਾਲਸੇ ਦਾ ਰਾਜ ਹੈ, ਉਹ ਗੁਰੂ ਗੋਬਿੰਦ ਸਿੰਘ ਜੀ ਵਾਲਾ ਕਾਨੂੰਨ ਹੈ, ਉਹ ਮਹਾਰਾਜਾ ਰਣਜੀਤ ਸਿੰਘ ਜੀ ਵਾਲਾ ਕਾਨੂੰਨ ਹੈ, ਉਹ ਜਰਨੈਲ ਸਿੰਘ ਗਿਆਨੀ ਸੰਤ ਜਰਨੈਲ ਸਿੰਘ ਭਿੰਡਰਾਂ ਜੀ ਵਾਲੇ ਦਾ ਕਾਨੂੰਨ ਹੈ। ਜਿੰਨੀ ਦੇਰ ਤੱਕ ਉਹਨਾਂ ਦਾ ਕਾਨੂੰਨ ਨਾਫਜ਼ ਨਹੀਂ ਹੋਏਗਾ ਅਮਨ ਸ਼ਾਂਤੀ ਸਕੂਨ ਨਹੀਂ ਹੋ ਸਕਦਾ।
ਸੋ ਵੀਵਰਸ ਮੇਰੀ ਇੱਕ ਆਪਣੀ ਰਾਏ ਸੀ, ਮੇਰਾ ਇੱਕ ਆਪਣਾ ਖਿਆਲ ਸੀ, ਮੇਰੇ ਇੱਕ ਆਪਣੇ ਦਿਲ ਦੇ ਜਜ਼ਬਾਤ ਸੀ। ਤੁਹਾਡਾ ਹੀ ਖਿਆਲ ਹੈ, ਤੁਹਾਡੇ ਕੀ ਜਜ਼ਬਾਤ ਹੈ, ਤੁਸੀਂ ਥੱਲੇ ਕਮੈਂਟ ਬਾਕਸ ਵਿੱਚ ਲਾਜ਼ਮੀ ਦੱਸੋ। ਇਹ ਸੀ ਅੱਜ ਦੀ ਵੀਡੀਓ। ਮਿਲਾਂਗੇ ਤੁਹਾਨੂੰ ਅਗਲੀ ਵੀਡੀਓ ਵਾਸਤੇ। ਇਜਾਜ਼ਤ ਚਾਹੁੰਦੇ ਹਾਂ। ਅੱਲਾਹ ਹਾਫਿਜ਼।